TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦ੍ਰੋਪਦੀ ਮੁਰਮੂ ਭਾਰਤ ਦੇ ਬਣੇ ਨਵੇਂ ਰਾਸ਼ਟਰਪਤੀ। ਪੰਜਾਬ 'ਚ ਭ੍ਰਿਸ਼ਟਾਚਾਰ ਦਾ ਸਿਖਰ, ਵੱਡੀ ਖੋਰਾਂ ਖਿਲਾਫ ਸ਼ਿਕਾਇਤਾਂ ਦੇ ਲੱਗੇ ਢੇਰ। ਮਨੂ ਕੁਸਾ ਅਤੇ ਰੂਪਾ ਦੇ ਪੁਲਿਸ ਮੁਕਾਬਲੇ ਦੀਆਂ ਖੁੱਲੀਆਂ ਪਰਤਾਂ, ਕਦੋਂ ਕਿਵੇਂ ਸਭ ਕੁਝ ਵਾਪਰਿਆ, ਕਰਾਂਗੇ ਖੁਲਾਸੇ। ਪੁਲਿਸ ਮੁਕਾਬਲੇ ਨੂੰ ਅੱਖੀਂ ਦੇਖਣ ਵਾਲਿਆਂ ਨੇ ਪੁਲਿਸ ਮੁਕਾਬਲੇ ਦੇ ਖੋਲੇ ਕੁਝ ਭੇਤ। ਕਿਹੜੇ ਲੀਡਰਾਂ ਤੇ ਕਿਹੜੇ ਵਿਅਕਤੀਆਂ ਨਾਲ ਜੁੜੇ ਸਨ ਗੈਂਗਸਟਰ, ਖੁੱਲਣਗੇ ਤਾਰ। ਪੁਲਿਸ ਮੁਕਾਬਲੇ ਵਾਲੀ ਹਵੇਲੀ ਦੇ ਮਾਲਕਾਂ ਵੱਲੋਂ ਕੁਝ ਅਹਿਮ ਖੁਲਾਸੇ। ਮਨੂ ਕੁਸਾ ਤੇ ਰੂਪਾ ਨੂੰ ਕਿਹਨਾਂ ਨੇ ਕਰਵਾਏ ਸਨ ਹਥਿਆਰ ਸਪਲਾਈ, ਕੁਝ ਅਹਿਮ ਜਾਣਕਾਰੀਆਂ। ਦੋਸਤੋ, ਇਹ ਸਾਰੀਆਂ ਪ੍ਰੋਗਰਾਮ ਦੌਰਾਨ ਸ਼ਾਮਲ ਕੀਤੀਆਂ ਜਾਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ, ਸੁਣ ਲੈਣਾ। ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਸਭ ਤੋਂ ਪਹਿਲਾਂ ਕਿ ਭਾਰਤ ਨੂੰ ਨਵਾਂ ਰਾਸ਼ਟਰਪਤੀ ਮਿਲ ਗਿਆ। ਬੀਤੀ 18 ਤਰੀਕ ਨੂੰ 18 ਜੁਲਾਈ ਨੂੰ ਰਾਸ਼ਟਰਪਤੀ ਅਹੁਦੇ ਦੇ ਵਾਸਤੇ ਚੋਣਾਂ ਹੋਈਆਂ ਸੀ ਤੇ ਉਸ ਦੇ ਨਤੀਜੇ ਐਲਾਨ ਦਿੱਤੇ ਗਏ ਹੈ। ਸੰਸਦ ਭਵਨ ਦੇ ਵਿੱਚ ਵੋਟਾਂ ਦੀ ਗਿਣਤੀ ਮੁਕੰਮਲ ਹੋਈ। ਗਿਣਤੀ ਦੇ ਪਹਿਲੇ ਪੜਾਅ ਦੇ ਵਿੱਚ ਸੰਸਦ ਮੈਂਬਰਾਂ ਦੀਆਂ ਵੋਟਾਂ ਦੀ ਗਿਣਤੀ ਕੀਤੀ ਗਈ। ਰਾਜ ਸਭਾ ਦੇ ਸਕੱਤਰ ਜਨਰਲ PC ਮੋਦੀ ਨੇ ਦੱਸਿਆ ਕਿ ਦ੍ਰੋਪਦੀ ਮੁਰਮੂ ਨੇ 3,78,000 ਦੇ ਮੁੱਲ ਨਾਲ 540 ਵੋਟ ਪ੍ਰਾਪਤ ਕੀਤੇ, ਜਦੋਂ ਕਿ ਵਿਰੋਧੀ ਧਿਰ ਦੇ ਲੀਡਰ ਜਸਵੰਤ ਸਿਨਹਾ ਨੇ ਉਮੀਦਵਾਰ ਜਸਵੰਤ ਸਿਨਹਾ ਨੇ 1,45,600 ਮੁੱਲ ਦੇ ਨਾਲ 208 ਵੋਟਾਂ ਪ੍ਰਾਪਤ ਕੀਤੀਆਂ, ਕਿਉਂਕਿ ਹਰ ਵੋਟ ਦਾ ਆਪੋ ਆਪਣਾ ਵਜ਼ਨ ਹੈ। ਇਹ ਵੀ ਦੱਸਿਆ ਗਿਆ ਕਿ ਕੁੱਲ 15 ਵੋਟਾਂ ਅਯੋਗ ਕਰਾਰ ਦਿੱਤੀਆਂ ਗਈਆਂ। ਚੌਥੇ ਗੇੜ ਦੀ ਗਿਣਤੀ ਦੇ ਵਿੱਚ ਦ੍ਰੋਪਦੀ ਮੁਰਮੂ ਦੀ ਜਿੱਤ ਐਲਾਨ ਦਿੱਤੀ ਗਈ। ਹੁਣ ਉਹ ਭਾਰਤ ਦੇ ਰਾਸ਼ਟਰਪਤੀ ਬਣਨ ਵਾਲੇ ਪਹਿਲੀ ਮਹਿਲਾ ਆਦਿਵਾਸੀ ਨੇ, ਜਦੋਂ ਕਿ ਭਾਰਤ ਦੇ ਮਹਿਲਾ ਦੇ ਵਜੋਂ ਉਹ ਦੂਸਰੇ ਰਾਸ਼ਟਰਪਤੀ ਅਹੁਦੇ ਤੇ ਵਿਰਾਜਮਾਨ ਹੋਣਗੇ। ਇਹ ਵੀ ਪਤਾ ਲੱਗਿਆ ਕਿ ਕਈ ਰਾਜਾਂ ਵਿੱਚ ਦ੍ਰੋਪਦੀ ਮੁਰਮੂ ਦੇ ਹੱਕ ਵਿੱਚ ਕ੍ਰਾਸ ਵੋਟਿੰਗ ਨੇ ਵੀ ਉਹਨਾਂ ਦੀ ਜਿੱਤ ਨੂੰ ਯਕੀਨੀ ਬਣਾਇਆ। ਜਾਣਕਾਰੀ ਦੇ ਅਨੁਸਾਰ ਵਿਰੋਧੀ ਧਿਰ ਦੇ 17 ਸੰਸਦ ਮੈਂਬਰਾਂ ਨੇ ਵੀ ਮੁਰਮੂ ਦੇ ਹੱਕ ਦੇ ਵਿੱਚ ਵੋਟਾਂ ਪਾਈਆਂ। ਆਂਧਰਾ ਪ੍ਰਦੇਸ਼ ਦੇ ਵਿੱਚੋਂ ਖਬਰ ਇਹ ਮਿਲੀ ਹੈ ਕਿ ਆਂਧਰਾ ਦੇ ਸਾਰੇ ਵਿਧਾਇਕਾਂ ਨੇ ਉਹਨਾਂ ਦੇ ਹੱਕ ਵਿੱਚ ਵੋਟ ਪਾਈ, ਜਦੋਂ ਕਿ ਅਰੁਣਾਚਲ ਪ੍ਰਦੇਸ਼ ਦੇ ਵਿੱਚ ਸਿਰਫ 4 ਵਿਧਾਇਕਾਂ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਵਿਧਾਇਕਾਂ ਨੇ ਮੁਰਮੂ ਨੂੰ ਵੋਟ ਪਾਏ। ਦੱਸਣਾ ਬਣਦਾ ਕਿ ਮੌਜੂਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ ਅੱਜ 24 ਜੁਲਾਈ ਨੂੰ ਖਤਮ ਹੋਣ ਵਾਲਾ ਹੈ। ਨਵੇਂ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ 25 ਜੁਲਾਈ ਨੂੰ ਹੋਏਗਾ। ਤੇ ਦੂਸਰੇ ਪਾਸੇ ਵਿਰੋਧੀ ਧਿਰ ਦੇ ਉਮੀਦਵਾਰ ਜਸਵੰਤ ਸਿਨਹਾ ਨੇ ਆਪਣੀ ਹਾਰ ਸਵੀਕਾਰੀ ਹੈ ਤੇ ਹਾਰ ਸਵੀਕਾਰਦਿਆਂ ਮੁਰਮੂ ਨੂੰ ਵਧਾਈ ਵੀ ਦਿੱਤੀ ਹੈ ਅਤੇ ਆਖਿਆ ਕਿ ਉਹਨਾਂ ਨੂੰ ਆਸ ਹੈ ਕਿ ਭਾਰਤ ਦੀ 15ਵੀਂ ਚੁਣੀ ਗਈ ਰਾਸ਼ਟਰਪਤੀ ਹਰੇਕ ਭਾਰਤੀ ਨੂੰ ਬਗੈਰ ਕਿਸੇ ਡਰ ਜਾਂ ਲਿਹਾਜ਼ ਤੋਂ ਸੰਵਿਧਾਨ ਦੇ ਰਾਖੇ ਵਜੋਂ ਕੰਮ ਕਰਨਗੇ। ਉਹਨਾਂ ਆਪਣੇ ਬਿਆਨ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਵੀ ਧੰਨਵਾਦ ਕੀਤਾ। ਉਹਨਾਂ ਸਾਰੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਨੇ। ਦੱਸਣਾ ਬਣਦਾ ਕਿ ਭਾਰਤ ਦੇ ਵਿੱਚ ਰਾਸ਼ਟਰਪਤੀ ਦਾ ਅਹੁਦਾ ਸੰਵਿਧਾਨਕ ਅਹੁਦਾ ਸਭ ਤੋਂ ਵੱਡਾ ਅਹੁਦਾ ਹੈ। ਹੁਣ ਮੁਰਮੂ ਹੋਰਾਂ ਨੇ ਕੌਂਸਲਰ ਤੋਂ ਲੈ ਕੇ ਰਾਸ਼ਟਰਪਤੀ ਬਣਨ ਤੱਕ ਦਾ ਸਫ਼ਰ ਤੈਅ ਕੀਤਾ ਹੈ। ਮੁਰਮੂ ਨੇ ਸਾਲ 2009 ਤੋਂ 15 ਦੇ ਵਿਚਕਾਰ ਆਪਣੀ ਪਤੀ, 2 ਬੇਟੀਆਂ ਅਤੇ ਮਾਂ ਦੇ ਨਾਲ ਭਰਾ ਨੂੰ ਵੀ ਗਵਾ ਦਿੱਤਾ ਸੀ। ਇਸ ਵੱਡੇ ਸਦਮੇ ਤੋਂ ਬਾਅਦ ਉਹਨਾਂ ਨੇ ਬ੍ਰਹਮ ਕੁਆਰੀਆਂ ਨਾਲ ਅਧਿਆਤਮਕ ਰਾਹ ਅਪਣਾਇਆ। ਦ੍ਰੋਪਦੀ ਮੁਰਮੂ 1997 ਦੇ ਵਿੱਚ ਰਾਏ ਰੰਗਪੁਰ ਨੋਟੀਫਾਈਡ ਏਰੀਆ ਤੋਂ ਕੌਂਸਲ ਭਾਜਪਾ ਦੇ ਚੁਣੇ ਗਏ ਸੀ। ਕੌਂਸਲਰ ਤੋਂ ਬਾਅਦ ਉੜੀਸਾ ਦੇ ਵਿੱਚ ਸਾਲ 2000 ਤੋਂ ਲੈ ਕੇ 2004 ਤੱਕ ਉਹ BJD ਗੱਠਜੋੜ ਸਰਕਾਰ ਵਿੱਚ ਮੰਤਰੀ ਦੇ ਅਹੁਦੇ ਤੇ ਵੀ ਰਹੇ। 2015 ਵਿੱਚ ਭਾਜਪਾ ਨੇ ਉਹਨਾਂ ਨੂੰ ਝਾਰਖੰਡ ਦਾ ਗਵਰਨਰ ਲਾ ਦਿੱਤਾ ਸੀ ਅਤੇ 2021 ਤੱਕ ਉਹ ਇਸ ਅਹੁਦੇ ਤੇ ਵਿਰਾਜਮਾਨ ਰਹੇ। ਇਹਨਾਂ ਨੇ ਸਾਲ 2014 ਦੇ ਵਿੱਚ ਰਾਏ ਰੰਗਪੁਰ ਤੋਂ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ, ਪਰ BJD ਉਮੀਦਵਾਰ ਤੋਂ ਹਾਰ ਗਏ ਸਨ। ਭਾਜਪਾ ਦੇ ਵਿੱਚ ਵੀ ਉਹ ਵੱਖ-ਵੱਖ ਅਹੁਦਿਆਂ ਤੇ ਕੰਮ ਕਰ ਚੁੱਕੇ ਹੈ ਤੇ ਹੁਣ ਭਾਰਤ ਦੇ 15ਵੇਂ ਰਾਸ਼ਟਰਪਤੀ ਵਜੋਂ ਉਹਨਾਂ ਦੀ ਚੋਣ ਹੋ ਚੁੱਕੀ ਹੈ ਅਤੇ 25 ਜੁਲਾਈ ਨੂੰ ਉਹ ਆਪਣੇ ਅਹੁਦੇ ਦਾ ਹਲਫ ਲੈਣਗੇ। ਸੋ ਅਗਲੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ
ਕਿ ਅਸੀਂ ਕਿੰਨੇ ਕੁ ਭ੍ਰਿਸ਼ਟਾਚਾਰੀਆਂ ਵੱਡੀ ਖੋਰੀ ਦਾ ਸਿਖਰ ਕੀਤਾ ਪਿਆ ਹੈ। ਆ ਕੁਝ ਅੰਕੜੇ, ਕੁਝ ਸ਼ਿਕਾਇਤਾਂ ਇਸ ਗੱਲ ਨੂੰ ਤਸਦੀਕ ਕਰਨਗੀਆਂ। ਪੰਜਾਬ ਸਰਕਾਰ ਨੇ ਆਖਿਆ ਕਿ ਪੰਜਾਬ ਦੇ ਵਿੱਚੋਂ ਅਸੀਂ ਭ੍ਰਿਸ਼ਟਾਚਾਰ ਖਤਮ ਕਰਨਾ ਹੈ, ਪਰ ਕੀ ਭ੍ਰਿਸ਼ਟਾਚਾਰ ਖਤਮ ਹੋਣ ਦੀ ਕਗਾਰ ਵੱਲ ਵਧ ਰਿਹਾ ਹੈ? ਕੀ ਸੱਚਮੁੱਚ ਅਸੀਂ ਭ੍ਰਿਸ਼ਟਾਚਾਰ ਨੂੰ ਲਗਾਮ ਲਾਉਣੀ ਚਾਹੁੰਦੇ ਹਾਂ? ਬਹੁਤ ਸਾਰੇ ਸਵਾਲ ਨੇ। ਜਿਹੜੀ ਜਾਣਕਾਰੀ ਮਿਲੀ ਆ ਉਹਦੇ ਅਨੁਸਾਰ ਵੱਡੀ ਖੋਰੀ ਦਾ ਜਾਲ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਵਿਛਿਆ ਹੋਇਆ ਹੈ। ਇਸ ਗੱਲ ਦਾ ਅੰਦਾਜ਼ਾ ਵਿਜੀਲੈਂਸ ਬਿਊਰੋ ਕੋਲ ਗਈਆਂ ਹੁਣ ਤੱਕ ਸ਼ਿਕਾਇਤਾਂ ਤੋਂ ਲੱਗਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਹੁੰ ਚੁੱਕਣ ਤੋਂ ਬਾਅਦ ਐਂਟੀ ਕਰਪਸ਼ਨ ਤੇ ਐਕਸ਼ਨ ਲਾਈਨ ਜਾਰੀ ਕੀਤੀ ਸੀ। ਵੱਡੀ ਖੁਰਾਂ ਤੋਂ ਅੱਕੇ ਲੋਕਾਂ ਨੇ ਜਿਹੜੀ ਇਹ ਲਾਈਨ ਹੈ ਉਹਨੂੰ ਦਮੋਂ ਕੱਢ ਰੱਖਿਆ। ਤੁੰਨੀ ਭਈਆ ਇੰਨੀਆਂ ਕੁ ਸ਼ਿਕਾਇਤਾਂ ਆਉਂਦੀਆਂ ਨੇ। ਰੋਜ਼ਾਨਾ ਭ੍ਰਿਸ਼ਟਾਚਾਰ ਦੀਆਂ ਔਸਤਨ 2500 ਤੋਂ ਵੱਧ ਸ਼ਿਕਾਇਤਾਂ ਦਰਜ ਹੋ ਰਹੀਆਂ ਨੇ। ਵਿਜੀਲੈਂਸ ਬਿਊਰੋ ਨੇ ਹੁਣ ਤੱਕ 3884 ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ ਵਿੱਚ ਆਡੀਓ ਤੇ ਵੀਡੀਓ ਕਲਿੱਪ ਵੀ ਸ਼ਾਮਲ ਸਨ। ਇਹਨਾਂ ਵਿੱਚੋਂ 1761 ਸ਼ਿਕਾਇਤਾਂ ਗੈਰ ਪ੍ਰਸੰਗਕ ਪਾਈਆਂ ਗਈਆਂ ਨੇ, ਜਦੋਂ ਕਿ 1968 ਸ਼ਿਕਾਇਤਾਂ ਦਾ ਸੰਬੰਧ ਦੂਸਰੇ ਵਿਭਾਗਾਂ ਨਾਲ ਸੀ। ਵਿਜੀਲੈਂਸ ਬਿਊਰੋ ਨੂੰ ਔਸਤਨ ਪ੍ਰਤੀ ਮਹੀਨਾ 76110 ਸ਼ਿਕਾਇਤਾਂ ਮਿਲ ਰਹੀਆਂ ਨੇ। ਇਹਨਾਂ ਸ਼ਿਕਾਇਤਾਂ 'ਚ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ 35 ਮੁਕੱਦਮੇ ਦਰਜ ਕੀਤੇ ਗਏ ਹੈ। ਸਭ ਤੋਂ ਵੱਧ ਕੇਸ ਫਿਰੋਜ਼ਪੁਰ, ਰੋਪੜ ਤੇ ਪਟਿਆਲਾ ਦੇ ਵਿੱਚ 5-5 ਦਰਜ ਕੀਤੇ ਗਏ ਹੈ। ਪੁਲਿਸ ਨੇ ਕੁੱਲ 53 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ, ਜਿਨ੍ਹਾਂ ਦੇ ਵਿੱਚ 24 ਸਿਵਲੀਅਨ ਦੱਸੇ ਜਾ ਰਹੇ ਨੇ, 15 ਪੁਲਿਸ ਅਧਿਕਾਰੀ ਦੱਸੇ ਜਾ ਰਹੇ ਨੇ, 14 ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਜਾਂ ਅਧਿਕਾਰੀ ਨੇ। ਲਗਭਗ ਅੱਧਾ ਦਰਜਨ ਗਜ਼ਟਡ ਅਫਸਰ ਵੀ ਗ੍ਰਿਫਤਾਰ ਕੀਤੇ ਗਏ ਹੈ। ਜੇਕਰ ਸਿਆਸੀ ਨੇਤਾਵਾਂ ਦੇ ਉੱਤੇ ਝਾਤ ਮਾਰੀਏ ਤਾਂ ਮੌਜੂਦਾ ਸਰਕਾਰ ਦੇ ਆਪਣੇ ਸਿਹਤ ਮੰਤਰੀ, ਹੁਣ ਤਤਕਾਲੀ ਸਿਹਤ ਮੰਤਰੀ ਆਖ ਸਕਦੇ ਹਾਂ, ਸਾਬਕਾ ਸਿਹਤ ਮੰਤਰੀ ਆਖ ਸਕਦੇ ਹਾਂ, ਵਿਜੇ ਸਿੰਗਲਾ, ਉਹਨਾਂ ਨੂੰ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ। ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਨਾਮ ਵੀ ਇਸੇ ਵੱਡੀ ਖੋਰੀ ਵਾਲੇ ਮਾਮਲੇ 'ਚ ਲਿਆ ਜਾ ਸਕਦਾ, ਕਿਉਂਕਿ ਇਸ ਵਕਤ ਨਾਭੇ ਦੀ ਜੇਲ੍ਹ ਵਿੱਚ ਹਵਾ ਖਾ ਰਹੇ ਨੇ। ਸੰਗਤ ਸਿੰਘ ਗਿਲਜੀਆਂ ਆਪਣਾ ਆਪ ਬਚਾਉਂਦੇ ਭੱਜੇ ਫਿਰਦੇ ਨੇ ਤੇ ਕੁਝ ਇੱਕ ਹੋਰ ਡਰੇ ਫਿਰਦੇ ਆ। ਉਹਨਾਂ ਵਿੱਚ ਕੁਝ ਕਾਂਗਰਸ ਦੇ ਹੈ ਅਤੇ ਉਹਨਾਂ ਤੋਂ ਪਹਿਲੀ ਸਰਕਾਰ ਦੇ ਕੁਝ ਮੰਤਰੀ ਵੀ ਦੱਸੇ ਜਾ ਰਹੇ ਹੈ। ਤੇ ਇਹ ਵੀ ਪਤਾ ਲੱਗਿਆ ਕਿ ਕੁੱਲ ਗਜ਼ਟਡ ਅਫਸਰ ਵੀ ਨੇ 30 ਜਿਨ੍ਹਾਂ ਦੇ ਉੱਤੇ ਕੇਸ ਦਰਜ ਕੀਤੇ ਗਏ ਤੇ ਉਹਨਾਂ ਦੇ ਵਿੱਚੋਂ ਕਈਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਦੱਸਣਾ ਬਣਦਾ ਕਿ ਐਂਟੀ ਕਰਪਸ਼ਨ ਐਕਸ਼ਨ ਲਾਈਨ ਤੇ 21 ਜੁਲਾਈ ਤੱਕ, ਬੀਤੀ 21 ਜੁਲਾਈ ਦੇ ਅੰਕੜੇ ਮਿਲੇ ਨੇ, 21 ਜੁਲਾਈ ਤੱਕ 3 ਲੱਖ ਤੋਂ ਵੱਧ 3,04,000 ਸ਼ਿਕਾਇਤਾਂ ਮਿਲ ਚੁੱਕੀਆਂ ਸੀ। ਤੁਹਾਨੂੰ ਯਾਦ ਹੋਣਾ ਹੈ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਸਹੁੰ ਚੁੱਕੀ ਸੀ, ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤਾ ਸੀ ਜਿਸ ਦੇ ਵਿੱਚ ਆਖਿਆ ਸੀ ਕਿ ਆਪਾਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ ਚਾਹੁੰਦੇ ਹਾਂ। ਜੇਕਰ ਕੋਈ ਮੁਲਾਜ਼ਮ ਜਾਂ ਅਧਿਕਾਰੀ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਉਹਦੀ ਆਡੀਓ ਜਾਂ ਵੀਡੀਓ ਕਲਿੱਪ ਸਬੂਤ ਦੇ ਤੌਰ ਤੇ ਇਸ ਲਾਈਨ ਤੇ ਭੇਜ ਦਿੱਤੀ ਜਾਵੇ। WhatsApp ਨੰਬਰ ਜਾਰੀ ਕਰ ਦਿੱਤਾ ਗਿਆ ਸੀ। ਉਹਦੇ ਤੋਂ ਬਾਅਦ ਵੱਡੀ ਖੋਰਾਂ ਦੇ ਖਿਲਾਫ ਧੜਾਧੜ ਸ਼ਿਕਾਇਤਾਂ ਮਿਲ ਰਹੀਆਂ ਨੇ। ਇੱਥੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਰਿਸ਼ਵਤਖੋਰੀ ਨੇ ਕਿਵੇਂ ਆਪਣੇ ਪੈਰ ਪਸਾਰੇ ਹੋਏ ਨੇ। ਤੇ ਹੁਣ ਆਪਾਂ ਗੱਲ ਕਰਦੇ ਹਾਂ ਸਿੱਧੂ ਮੂਸੇਵਾਲਾ ਕਤਲਕਾਂਡ ਅਤੇ ਉਹਦੇ ਤੋਂ ਬਾਅਦ ਰੂਪਾ ਤੇ ਮਨੂ ਦਾ ਜਿਹੜਾ ਪੁਲਿਸ ਮੁਕਾਬਲਾ ਹੋਇਆ ਤੇ ਉਹਦੀਆਂ ਪਰਤਾਂ ਖੁੱਲ ਰਹੀਆਂ ਨੇ। ਅਸਲ ਵਿੱਚ ਦੋਵੇਂ ਸ਼ਾਰਪ ਸ਼ੂਟਰ ਸੀ, ਗੈਂਗਸਟਰ ਮਨਪ੍ਰੀਤ ਮਨੂ ਕੁੱਸਾ ਅਤੇ ਜਗਰੂਪ ਰੂਪਾ, ਜਿਨ੍ਹਾਂ ਦਾ ਬੀਤੇ ਬੁੱਧਵਾਰ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਪਿੰਡ ਭਕਨਾ ਦੇ ਵਿੱਚ ਮੁਕਾਬਲਾ ਕਰ ਦਿੱਤਾ ਸੀ। ਇਹ ਦੋਵੇਂ ਗੈਂਗਸਟਰ ਦੱਸਿਆ ਜਾ ਰਿਹਾ ਕਿ ਪਾਕਿਸਤਾਨ ਜਾਣ ਦੀ ਫਿਰਾਕ ਵਿੱਚ ਸਨ। ਇਹੀ ਕਾਰਨ ਸੀ ਕਿ ਬੀਤੇ ਕੁਝ ਦਿਨਾਂ ਤੋਂ ਇਹ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਨੇੜਲੇ ਪਿੰਡਾਂ ਦੇ ਵਿੱਚ ਤੁਰ ਰਹੇ ਸੀ, ਫਿਰ ਰਹੇ ਸੀ। ਪਿੰਡ ਹੁਸ਼ਿਆਰ ਨਗਰ 'ਚ ਇਹਨਾਂ ਦੀ ਹਰਕਤ ਵੇਖਣ ਨੂੰ ਮਿਲੀ। ਪੰਜਾਬ ਪੁਲਿਸ ਨੂੰ ਕਹਿੰਦੇ ਇਹਨਾਂ ਦੀ ਸੂਹ ਲੱਗ ਗਈ ਤੇ ਇਹ ਸੂਹ ਮਿਲਦੇ ਸਾਰੀ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਤੇ ਘੇਰਾਬੰਦੀ ਵੱਡੇ ਪੱਧਰ ਤੇ ਕੀਤੀ ਗਈ ਸੀ, ਜਿਸ ਦੇ ਵਿੱਚ ਦੋਵੇਂ ਸ਼ਾਰਪ ਸ਼ੂਟਰ ਆਖਰਕਾਰ ਮਾਰ ਦਿੱਤੇ ਗਏ ਸਨ। ਤੇ ਦੱਸਿਆ ਜਾ ਰਿਹਾ ਕਿ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦੇਣ ਦੇ ਵਿੱਚ ਤਕਰੀਬਨ 6 ਘੰਟੇ ਦਾ ਸਮਾਂ ਲੱਗਿਆ, ਜਿਸ ਤੋਂ ਬਾਅਦ ਇਹਨਾਂ ਦੋਵਾਂ ਨੂੰ ਹਲਾਕ ਕਰ ਦਿੱਤਾ ਗਿਆ। ਇਸ ਦੌਰਾਨ ਮਹਿਲਾ ਕਮਾਂਡੋਆਂ ਸਮੇਤ ਕੁੱਲ 900 ਪੁਲਿਸ ਕਰਮਚਾਰੀ ਤੈਨਾਤ ਰਹੇ ਅਤੇ 700 ਦੇ ਕਰੀਬ ਰਾਉਂਡ ਫਾਇਰਿੰਗ ਹੋਈ। ਜੇ ਹੁਣ ਪੂਰੇ ਘਟਨਾਕ੍ਰਮ ਦੇ ਉੱਤੇ ਆਪਾਂ ਨਜ਼ਰ ਮਾਰੀਏ ਕਿ ਕਦੋਂ ਸ਼ੁਰੂ ਹੋਇਆ ਤੇ ਕਦੋਂ ਖਤਮ ਹੋਇਆ, ਕਦੋਂ ਕਿਵੇਂ ਹੋਇਆ, ਕਿਉਂਕਿ ਹੌਲੀ ਹੌਲੀ ਇਸ ਪੁਲਿਸ ਮੁਕਾਬਲੇ ਦੀਆਂ ਪਰਤਾਂ ਖੁੱਲ ਰਹੀਆਂ ਨੇ। ਜਾਣਕਾਰੀ ਦੇ ਅਨੁਸਾਰ ਸਵੇਰ ਦੇ 10:10 ਹੋਏ ਸੀ। ਮੱਕੀ ਦੇ ਖੇਤਾਂ ਦੇ ਵਿਚਕਾਰ ਬਣੀ ਹੋਈ ਸੀ ਇਹ ਹਵੇਲੀ ਜਿੱਥੇ ਇਹ ਪੁਲਿਸ ਮੁਕਾਬਲਾ ਹੋਇਆ ਤੇ ਇਸ ਹਵੇਲੀ ਦੇ ਵਿੱਚ 2 ਗੈਂਗਸਟਰ ਸ਼ਾਮਲ ਹੁੰਦੇ ਨੇ, ਦਾਖਲ ਹੁੰਦੇ ਨੇ।
ਸਵੇਰ ਦੇ 10:15 ਤੇ ਭਾਵ 10:15 ਵਜੇ ਇਹ ਦੋ ਗੈਂਗਸਟਰਾਂ ਦੇ ਦਾਖਲ ਹੋਣ ਤੋਂ ਬਾਅਦ 6 ਪੁਲਿਸ ਮੁਲਾਜ਼ਮ ਸਿਵਲ ਵਰਦੀ ਵਿੱਚ ਉੱਥੇ ਪਹੁੰਚਦੇ ਨੇ ਅਤੇ ਉਹਨਾਂ ਨੇ ਨੇੜੇ ਦੇ ਘਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਖਿਆ ਕਿ ਤੁਸੀਂ ਹੁਣ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਿਓ, ਹਦਾਇਤ ਜਾਰੀ ਕਰ ਦਿੱਤੀ ਗਈ। ਫਿਰ 10:35 ਤੇ ਕੋਠੀ ਤੋਂ ਤਕਰੀਬਨ 400 ਮੀਟਰ ਦੀ ਦੂਰੀ ਤੇ ਇੱਕ LMG ਲਗਾ ਦਿੱਤੀ ਗਈ ਅਤੇ ਇਹ ਸਾਰੇ ਦਰਖਤਾਂ ਦੀ ਆੜ ਦੇ ਵਿੱਚ ਸੈੱਟ ਕੀਤੀ ਗਈ। ਸਵੇਰ ਦੇ ਤਕਰੀਬਨ 10:40 ਹੁੰਦੇ ਆ ਤੇ 10:40 ਤੇ ਅਫਸਰਾਂ ਨੇ ਜਗਰੂਪ ਰੂਪਾ ਤੇ ਮਨੂ ਕੋਸਾ ਨੂੰ ਚਾਰੇ ਪਾਸਿਓਂ ਘਿਰੇ ਹੋਣ ਦੀ ਚੇਤਾਵਨੀ ਦਿੱਤੀ ਅਤੇ ਆਖਿਆ ਕਿ ਪੁਲਿਸ ਨੇ ਤੁਹਾਨੂੰ ਚਫੇਰਿਓਂ ਘੇਰ ਲਿਆ ਹੈ, ਜਿਸ ਤਰ੍ਹਾਂ ਤੁਸੀਂ ਕਿਸੇ ਫਿਲਮ ਦੇ ਵਿੱਚ ਵੇਖਿਆ ਹੋਣਾ। ਤਕਰੀਬਨ ਉਸੇ ਤਰ੍ਹਾਂ ਅਨਾਉਂਸਮੈਂਟ ਕਰ ਦਿੱਤੀ ਗਈ ਕਿ ਸਰੈਂਡਰ ਕਰ ਦਿਓ, ਆਤਮ ਸਮਰਪਣ ਕਰ ਦਿਓ, ਤੁਸੀਂ ਚਫੇਰਿਓਂ ਘਿਰ ਚੁੱਕੇ ਹੋ। ਤਕਰੀਬਨ 11:45 ਵੱਜਦੇ ਹੈ। 11:45 ਵਜੇ ਹਵੇਲੀ ਦੇ ਅੰਦਰੋਂ ਫਾਇਰਿੰਗ ਹੁੰਦੀ ਹੈ। ਸਵੇਰ ਦੇ 10:50 ਤੇ ਹਵੇਲੀ ਤੱਕ ਜਾਣ ਵਾਲੇ ਦੋ ਮੁੱਖ ਰਸਤੇ ਉੱਥੇ ਬੱਸਾਂ ਲਗਾ ਦਿੱਤੀਆਂ ਜਾਂਦੀਆਂ ਨੇ ਤੇ ਉਹਨਾਂ ਨੂੰ ਆਵਾਜਾਈ ਵਾਸਤੇ ਬੰਦ ਕਰ ਦਿੱਤਾ ਜਾਂਦਾ ਹੈ। ਸਵੇਰ ਦੇ 10:55 ਹੁੰਦੇ ਨੇ ਤੇ ਪੁਲਿਸ ਨੇ ਫਿਰ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਫਿਰ ਦੋਵੇਂ ਪਾਸਿਆਂ ਤੋਂ ਕੁਝ ਦੇਰ ਬਾਅਦ ਰੁਕ ਕੇ ਫਾਇਰਿੰਗ ਹੋਣ ਲੱਗੀ। ਬਾਅਦ ਦੁਪਹਿਰ ਤਕਰੀਬਨ 12:15 ਵੱਜਦੇ ਨੇ। 12:15 ਤੇ ਪੁਲਿਸ ਦੇ ਮੁਲਾਜ਼ਮ ਮੱਕੀ ਦੇ ਖੇਤਾਂ 'ਚ ਪਾਣੀ ਖੜਾ ਸੀ, ਭਰੇ ਪਾਣੀ 'ਚੋਂ ਹੁੰਦੇ ਹੋਏ ਹਵੇਲੀ ਵੱਲ ਵਧਦੇ ਆ, ਪਰ ਰੂਪਾ ਅਤੇ ਮਨੂ ਫਾਇਰਿੰਗ ਕਰ ਰਹੇ ਸੀ ਤੇ ਉਸ ਫਾਇਰਿੰਗ ਦੇ ਵਿੱਚ 3 ਪੁਲਿਸ ਮੁਲਾਜ਼ਮ ਜ਼ਖਮੀ ਵੀ ਹੁੰਦੇ ਨੇ। ਦੁਪਹਿਰ ਦੇ 2:20 ਵੱਜਦੇ ਹੈ। 2:20 ਤੇ ਫਾਇਰਿੰਗ ਰੋਕ ਦਿੱਤੀ ਜਾਂਦੀ ਹੈ ਅਤੇ ਲਾਊਡ ਸਪੀਕਰ ਦੇ ਨਾਲ ਫਿਰ ਤੋਂ ਪਹਿਲੀ ਚੇਤਾਵਨੀ ਦੁਹਰਾਈ ਜਾਂਦੀ ਹੈ ਕਿ ਤੁਸੀਂ ਬੁਰੀ ਤਰ੍ਹਾਂ ਚਾਰ ਚਫੇਰਿਓਂ ਕਰ ਚੁੱਕੇ ਹੋ। ਤੁਹਾਡੇ ਕੋਲ ਇਹ ਹੀਲਾ ਹੈ ਕਿ ਤੁਸੀਂ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰਦੇ ਹੋ। ਦੱਸਿਆ ਜਾ ਰਿਹਾ ਹੈ ਕਿ ਇਸ ਅਨਾਉਂਸਮੈਂਟ ਤੋਂ ਬਾਅਦ ਵੀ ਪਹਿਲਾਂ ਵਾਲੀ ਅਨਾਉਂਸਮੈਂਟ ਵਾਂਗ ਅੰਦਰੋਂ ਕੋਈ ਜਵਾਬ ਨਾ ਆਇਆ। ਦੁਪਹਿਰ ਦੇ 2:30 ਵੱਜਦੇ ਨੇ। ਪੁਲਿਸ ਦੁਬਾਰਾ ਫਾਇਰਿੰਗ ਸ਼ੁਰੂ ਕਰਦੀ ਹੈ। ਦੁਪਹਿਰ ਦੇ 3:10 ਹੁੰਦੇ ਨੇ ਤੇ ਹਵੇਲੀ ਦੇ ਅੰਦਰੋਂ ਕਹਿੰਦੇ ਫਾਇਰਿੰਗ ਬੰਦ ਹੁੰਦੀ ਹੈ ਤੇ ਬਾਹਰੋਂ ਪੁਲਿਸ ਵੀ ਉਸ ਵਕਤ ਗੋਲੀਬਾਰੀ ਬੰਦ ਕਰ ਦਿੰਦੀ ਹੈ। ਦੁਪਹਿਰ 3:25 ਤੇ ਪੁਲਿਸ ਮੁਲਾਜ਼ਮ ਕੋਠੀ ਦੇ ਵਿੱਚ ਹੌਲੀ-ਹੌਲੀ ਅੰਦਰ ਜਾਣਾ ਸ਼ੁਰੂ ਕਰਦੇ ਆ। ਪੂਰੀ ਸਾਵਧਾਨੀ ਨਾਲ ਅੰਦਰ ਜਾਣ ਦੀ ਇਸ ਪ੍ਰਕਿਰਿਆ ਨੂੰ ਉਹ ਜਾਰੀ ਰੱਖਦੇ ਆ। ਦੱਸਿਆ ਜਾ ਰਿਹਾ ਕਿ ਕੁਝ ਜਵਾਨ ਕੋਠੀ ਦੇ ਅੰਦਰ ਤੇ ਕੁਝ ਉਸ ਹਵੇਲੀ ਦੀ ਛੱਤ ਤੇ ਪਹੁੰਚਦੇ ਆ ਤੇ ਫਿਰ ਗੈਂਗਸਟਰ ਰੂਪਾ ਤੇ ਮਨੂ ਦੀਆਂ ਲਾਸ਼ਾਂ ਪੁਲਿਸ ਨੂੰ ਮਿਲਦੀਆਂ ਨੇ। ਫਿਰ 4:15 ਤੇ ADGP ਪ੍ਰਮੋਦ ਬਾਨ ਦੋਵਾਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਦੇ ਨੇ, ਸੂਚਨਾ ਦਿੰਦੇ ਨੇ। ਇਹ ਤਾਂ ਸਾਰਾ ਘਟਨਾਕ੍ਰਮ ਜੋ ਪੁਲਿਸ ਦੱਸ ਰਹੀ ਹੈ ਕਿ ਇੰਜ ਵਾਪਰਿਆ ਹੈ। ਤੇ ਦੂਸਰੇ ਪਾਸੇ ਜਿਹੜੇ ਮੱਕੀ ਦੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਕੁਝ ਕਿਸਾਨ ਤੇ ਕਾਮੇ ਸਨ, ਜਿਨ੍ਹਾਂ ਨੇ ਇਹ ਸਾਰਾ ਘਟਨਾਕ੍ਰਮ ਅੱਖੀਂ ਤੱਕਿਆ ਤੇ ਪੁਲਿਸ ਮੁਕਾਬਲਾ ਹੁੰਦਾ ਦੇਖਿਆ। ਕਈ ਤਾਂ ਕਹਿੰਦੇ ਕਿ ਸਾਨੂੰ ਉਹ 90 ਵਾਲੇ ਦਹਾਕੇ ਦੀ ਯਾਦ ਆ ਗਈ ਕਿ ਜਦੋਂ 85 ਤੋਂ ਲੈ ਕੇ ਤਕਰੀਬਨ 92-93 ਤੱਕ ਜੋ ਕੁਝ ਹੁੰਦਾ ਸੀ, ਤਕਰੀਬਨ ਆਹੀ ਕੁਝ ਹੁੰਦਾ ਸੀ। ਉਹ ਕਹਿੰਦੇ ਮੁਕਾਬਲਾ ਹੋਇਆ ਤਾਂ ਸਾਨੂੰ ਪਤਾ ਲੱਗਿਆ ਕਿ ਜਿਹੜੇ ਦੋ ਮੁੰਡੇ ਭੱਜ ਕੇ ਅੰਦਰ ਵੜੇ ਸੀ ਉਹ ਗੈਂਗਸਟਰ ਸੀ। ਪੁਲਿਸ ਮੁਲਾਜ਼ਮ ਅਫਸਰਾਂ ਦੇ ਨਾਲ ਗੇਟ ਖੋਲ ਕੇ ਅੰਦਰ ਜਾਂਦੇ ਆ। ਫਿਰ ਹਵੇਲੀ ਦੇ ਅੰਦਰ ਦਾ ਨਜ਼ਾਰਾ ਕਹਿੰਦੇ ਆਪਣੇ ਆਪ ਸਭ ਕੁਝ ਬਿਆਨ ਕਰ ਰਿਹਾ ਸੀ। ਗੋਲੀਆਂ ਤਾਬੜਤੋੜ ਚੱਲੀਆਂ ਤੇ ਕੰਧਾਂ ਤੇ ਨਿਸ਼ਾਨ ਪਏ ਸ਼ਰੇਆਮ ਨਜ਼ਰ ਆ ਰਹੇ ਸੀ। ਪੁਲਿਸ ਮੁਲਾਜ਼ਮ ਜਦੋਂ ਬਾਹਰ ਨਿਕਲੇ ਤਾਂ ਉਹਨਾਂ ਨੇ ਪਹਿਲਾਂ ਰਿਫਰੈਸ਼ਮੈਂਟ ਲਈ ਕੁਝ ਖਾਣ ਪੀਣ ਵਾਸਤੇ ਲਿਆ। ਇਸ ਦੌਰਾਨ ਮੁਲਾਜ਼ਮ ਇੱਕ ਦੂਸਰੇ ਨੂੰ ਬੜੇ ਚਾਅ ਨਾਲ ਪਾਣੀ ਦੀਆਂ ਬੋਤਲਾਂ ਫੜਾਉਂਦੇ ਨਜ਼ਰ ਆ ਰਹੇ ਸੀ। ਕਮਾਂਡੋਆਂ ਦੇ ਵਿੱਚ ਸ਼ਾਮਲ ਮਹਿਲਾ ਅਤੇ ਪੁਰਸ਼ ਸਾਰੇ ਬੇਹੱਦ ਖੁਸ਼ ਨਜ਼ਰ ਆ ਰਹੇ ਸੀ। ਉਹਨਾਂ ਦੇ ਕੋਲ ਹਥਿਆਰ, ਰਫਲਾਂ, ਬੁਲਟ ਪ੍ਰੂਫ ਜੈਕਟਾਂ, ਜੁੱਤੀਆਂ, ਉਹ ਕਹਿੰਦੇ ਸਾਰਾ ਕੁਝ ਨਾ ਹੁੰਦੀਆਂ ਤਾਂ ਪਛਾਣ ਸਕਣਾ ਮੁਸ਼ਕਲ ਸੀ ਕਿ ਉਹ ਮਜ਼ਦੂਰ ਨੇ ਜਾਂ ਫਿਰ ਜਵਾਨ ਨੇ, ਕਿਉਂਕਿ ਸਾਰਾ ਕੁਝ ਉਹਨਾਂ ਦਾ ਹਾਲ ਹੀਲਾ ਕਿਸੇ ਮਜ਼ਦੂਰ ਵਾਂਗ ਲਿਬੜੇ ਪਏ ਸੀ। ਪਰ ਉਹਨਾਂ ਦੇ ਬੂਟ ਪਾਏ ਹੋਏ, ਉਹਨਾਂ ਦੇ ਬੁਲਟ ਪ੍ਰੂਫ ਜੈਕਟ ਪਾਈ ਹੋਈ, ਉਹਨਾਂ ਦੇ ਹੱਥ 'ਚ ਹਥਿਆਰ ਫੜੇ ਤੋਂ ਨਜ਼ਰ ਆਉਂਦਾ ਸੀ ਕਿ ਇਹ ਕਮਾਂਡੋ ਨੇ ਜਾਂ ਇਹ ਪੁਲਿਸ ਵਾਲੇ ਨੇ। ਜਿੱਥੇ ਇਹ ਮੁਕਾਬਲਾ ਹੋਇਆ ਉੱਥੋਂ ਤਕਰੀਬਨ 300 ਮੀਟਰ ਦੀ ਦੂਰੀ ਤੇ ਖੇਤਾਂ ਦੇ ਵਿੱਚ ਭੀੜ ਕਾਫੀ ਇਕੱਠੀ ਹੋ ਗਈ ਸੀ। ਨੇੜੇ ਦੇ ਪਿੰਡ ਦੇ ਲੋਕ ਮੋਟਰਸਾਈਕਲਾਂ ਤੇ ਸਕੂਟਰਾਂ ਤੇ ਉੱਥੇ ਪਹੁੰਚੇ ਸਨ ਕਿ ਦੇਖੀਏ ਹੋਇਆ ਕੀ ਹੈ। ਪਰ ਮੇਨ ਰਸਤੇ ਜਿਹੜੇ ਜਾ ਰਹੇ ਸੀ ਉਹ ਪੁਲਿਸ ਨੇ ਬੰਦ ਕੀਤੇ ਹੋਏ ਸੀ। ਪਰ ਬੰਦ ਰਸਤਿਆਂ ਤੇ ਕਹਿੰਦੇ ਕੁਲਫੀਆਂ ਵਾਲੇ ਆ ਕੇ ਖੜ ਗਏ ਸੀ, ਰੇਹੜੀਆਂ ਲਾ ਲਈਆਂ ਸੀ ਜਿਵੇਂ ਕੋਈ ਮੇਲਾ ਹੋਵੇ। ਇਹ ਆਮ ਜੀ ਗੱਲ ਹੈ, ਕਿਤੇ ਐਕਸੀਡੈਂਟ ਹੋ ਜਾਏ ਜਾਂ ਕੁਝ ਹੋ ਜਾਏ ਅਸੀਂ ਮੇਲਾ ਵੇਖਣ ਜ਼ਰੂਰ ਜਾਂਦੇ ਹਾਂ। ਪਿੰਡ ਦੇ ਬਾਹਰ ਕਰੀਬ 600 ਮੀਟਰ ਦੀ ਦੂਰੀ 'ਚ ਖੇਤਾਂ ਤੇ ਹਵੇਲੀ ਹੈ
ਖੇਤਾਂ ਦੇ ਵਿੱਚ ਮੱਕੀ ਬੀਜੀ ਹੋਈ ਹੈ, ਮੱਕੀ ਦੀ ਕਟਾਈ ਕੀਤੀ ਜਾ ਰਹੀ ਸੀ। ਉਹਨਾਂ ਵਿੱਚੋਂ ਇੱਕ ਗੁਰਭੇਜ ਸਿੰਘ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਹ 8 ਲੋਕਾਂ ਦੇ ਨਾਲ ਖੇਤ ਦੇ ਵਿੱਚ ਕੰਮ ਕਰ ਰਿਹਾ ਸੀ। 2 ਵਿਅਕਤੀ ਜਿਨ੍ਹਾਂ ਨੇ ਆਪਣੀ ਗੱਡੀ ਹਵੇਲੀ ਤੋਂ ਕੁਝ ਦੂਰੀ ਤੇ ਰੋਕੀ ਅਤੇ ਪੈਦਲ ਭੱਜਦੇ ਉਸ ਹਵੇਲੀ ਦੇ ਵਿੱਚ ਦਾਖਲ ਹੋਏ ਤੇ ਉਹਨਾਂ ਦੇ ਪਿੱਛੇ ਕਰੀਬ ਕਹਿੰਦੇ 5 ਬੰਦੇ ਸਾਨੂੰ ਨਜ਼ਰ ਆ ਰਹੇ ਸੀ ਕਿ ਉਹਨਾਂ ਨੂੰ ਵਾਰ-ਵਾਰ ਆਖ ਰਹੇ ਸੀ ਕਿ ਉਹ ਉੱਥੋਂ ਚਲੇ ਜਾਣ, ਬਾਹਰ ਆ ਜਾਓ। ਫਿਰ ਥੋੜੀ ਦੇਰ ਦੇ ਵਿੱਚ ਪੂਰਾ ਇਲਾਕਾ ਪੁਲਿਸ ਆਪਣੇ ਘੇਰੇ ਵਿੱਚ ਲੈਂਦੀ ਹੈ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪੁਲਿਸ ਅਤੇ ਕਮਾਂਡੋ ਨਜ਼ਰ ਆਉਣ ਲੱਗੇ। ਗੁਰਭੇਜ ਹੋਰਾਂ ਨੇ ਦੱਸਿਆ ਕਿ ਖੇਤਾਂ 'ਚ ਪਾਣੀ ਭਰਿਆ ਹੋਣ ਕਰਕੇ ਜਵਾਨਾਂ ਨੇ ਆਪਣੇ ਬੂਟ ਉਤਾਰ ਦਿੱਤੇ, ਨੰਗੇ ਪੈਰੀ ਮੋਰਚਾ ਉਹਨਾਂ ਨੇ ਸੰਭਾਲ ਲਿਆ। ਦੋਵੇਂ ਪਾਸਿਆਂ ਤੋਂ 3:10 ਤੱਕ ਕਹਿੰਦੇ ਉਹ ਗੋਲੀ ਚੱਲਦੀ ਰਹੀ। ਉਹਨਾਂ ਨੇ ਕਹਿੰਦੇ ਕਰਜ਼ੇ ਤੇ ਕੰਬਾਈਨ ਲਈ ਸੀ, ਕੰਬਾਈਨ ਖਰੀਦੀ ਸੀ, ਉਹ ਵੀ ਗੋਲੀਬਾਰੀ ਵਿੱਚ ਨੁਕਸਾਨੀ ਗਈ ਹੈ। ਉੱਥੇ ਹੀ ਪਿੰਡ ਵਿੱਚ ਪ੍ਰੈਕਟਿਸ ਕਰਨ ਵਾਲੇ ਇੱਕ ਡਾਕਟਰ ਨੇ, ਡਾਕਟਰ ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਗੋਲੀਬਾਰੀ ਹੋਈ ਤਾਂ ਪਿੰਡ ਵਾਲੇ ਇੱਧਰ ਉੱਧਰ ਜਾਣ ਲੱਗੇ, ਪਰ ਪੁਲਿਸ ਨੇ ਰੋਕ ਲਿਆ ਕਿ ਨਾ, ਤੁਸੀਂ ਇੱਧਰ ਉੱਧਰ ਕਿਧਰੇ ਨਹੀਂ ਜਾ ਸਕਦੇ। ਇਹੀ ਨਹੀਂ, ਉਹ ਕਹਿੰਦੇ ਸਗੋਂ ਪਿੰਡ ਨੂੰ ਜਾਣ ਵਾਲੇ 3 ਰਸਤੇ ਨੇ। ਉਹਨਾਂ 'ਚ ਖਾਸਾ ਤੋਂ ਭਕਨਾ ਨੂੰ ਜਾਂਦਾ ਹੈ, ਅਟਾਰੀ ਤੋਂ ਭਕਨਾ ਵਾਲਾ ਅਤੇ ਝਵਾਲ ਤੋਂ ਭਕਨਾ ਵਾਲਾ। ਤਿੰਨੇ ਹੀ ਜਿਹੜੇ ਰਸਤੇ ਇਸ ਪਿੰਡ ਨੂੰ ਜਾਂਦੇ ਨੇ, ਉੱਤੇ ਪੁਲਿਸ ਫੋਰਸ ਲੱਗ ਗਈ ਅਤੇ ਨਾ ਕਿਸੇ ਨੂੰ ਜਾਣ ਦਿੱਤਾ ਜਾ ਰਿਹਾ ਸੀ, ਨਾ ਕਿਸੇ ਨੂੰ ਆਉਣ ਦਿੱਤਾ ਜਾ ਰਿਹਾ ਸੀ। ਪਰ ਇੱਕ ਗੱਲ ਇਹਦੇ 'ਚ ਤਸਦੀਕ ਹੋ ਰਹੀ ਹੈ ਕਿ ਵਾਕਿਆ ਹੀ ਇਹ ਜਿਹੜੇ 2 ਗੈਂਗਸਟਰ ਮਨੂ ਤੇ ਰੂਪਾ ਸੀ, ਕੁਝ ਦੇਰ ਪਹਿਲਾਂ ਹੀ ਇਸ ਮੁਕਾਬਲੇ ਤੋਂ ਭੱਜ ਕੇ ਉਸ ਕੋਠੀ ਵਿੱਚ, ਉਸ ਹਵੇਲੀ 'ਚ ਵੜੇ ਸੀ। ਕਹਿਣ ਦਾ ਭਾਵ ਹੋ ਸਕਦਾ ਹੈ ਕਿ ਤੋਂ ਪਹਿਲਾਂ ਇਹਦੇ ਤੋਂ ਰਹੇ ਹੋਣ, ਪਰ ਅੱਖੀਂ ਦੇਖਣ ਵਾਲੇ ਦੱਸ ਰਹੇ ਹੈ ਕਿ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਭੱਜ ਕੇ ਵੜਿਆ। ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਕੀ ਉਹ ਪਹਿਲਾਂ ਤੋਂ ਉਸ ਹਵੇਲੀ ਵਿੱਚ ਆ ਕੇ ਰਾਤ ਕੱਟਿਆ ਕਰਦੇ ਸੀ, ਜਾਂ ਦਿਨ ਵੇਲੇ ਰਹਿੰਦੇ ਸੀ, ਜਾਂ ਇਹ ਉਹਨਾਂ ਦਾ ਪਹਿਲਾ ਵਾਕਾ ਸੀ। ਤੇ ਹੁਣ ਇਹਦੇ 'ਚ ਤਾਰਾਂ ਕਿੱਥੇ ਕਿੱਥੇ ਜੁੜੀਆਂ ਨੇ, ਕਿਉਂਕਿ ਇੱਕ ਤਾਂ ਆਖਿਆ ਜਾ ਰਿਹਾ ਕਿ ਪਾਕਿਸਤਾਨ ਦੇ ਵਿੱਚ ਬੈਠੇ ਰਿੰਦਾ ਦੇ ਸੰਪਰਕ ਵਿੱਚ ਹੋਣ ਦਾ ਸ਼ੱਕ ਹੈ, ਕਿਉਂਕਿ ਰਿੰਦਾ ਪੰਜਾਬ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰ ਰਿਹਾ ਹੈ। ਅਕਸਰ ਰਿੰਦਾ ਭਾਰਤ ਪਾਕਿਸਤਾਨ ਸਰਹੱਦ ਦੇ ਆਲੇ ਦੁਆਲੇ ਡਰੋਨ ਦੇ ਰਾਹੀਂ ਹਥਿਆਰ ਸਪਲਾਈ ਕਰਦਾ, ਇਹ ਦੋਸ਼ ਲੱਗਦੇ ਹੈ। ਹੁਣ ਆਖਿਆ ਜਾ ਰਿਹਾ ਕਿ ਇਹ ਵੀ ਹੋ ਸਕਦਾ ਹੈ ਦੋਵੇਂ ਮਨੂ ਤੇ ਰੂਪਾ ਹਥਿਆਰਾਂ ਲਈ ਇਸ ਹਵੇਲੀ ਦੇ ਵਿੱਚ ਲੁਕੇ ਹੋਣ, ਪਰ ਹਾਲੇ ਇਹ ਜਾਂਚ ਦਾ ਵਿਸ਼ਾ ਹੈ। ਹੋ ਸਕਦਾ ਕਿ ਇੱਥੇ ਹੋਰ ਹਥਿਆਰ ਆਉਣੇ ਹੋਣ, ਪਰ ਕਾਲ ਡਿਟੇਲ ਤੋਂ ਬਹੁਤ ਸਾਰੇ ਰਾਜ ਖੁੱਲਣ ਦੀ ਸੰਭਾਵਨਾ ਹੈ ਕਿ ਦੋਵੇਂ ਬਦਮਾਸ਼ਾਂ ਨੂੰ ਹਥਿਆਰ ਕੌਣ ਦਿੰਦਾ ਸੀ। ਉਹਨਾਂ ਦੇ ਜਿਹੜੇ ਮੋਬਾਈਲ ਫੋਨ ਨੇ, ਭਾਵੇਂ ਖਬਰ ਮਿਲ ਰਹੀ ਹੈ ਕਿ ਤੋੜ ਕੇ ਸੁੱਟਿਆ ਉਹਨਾਂ ਨੇ, ਪਰ ਉਮੀਦ ਹੈ ਕਿ ਕਾਲ ਡਿਟੇਲ ਤੋਂ ਕੋਈ ਅਹਿਮ ਖੁਲਾਸੇ ਹੋ ਸਕਦੇ ਹੈ। ਦੋਵੇਂ ਸ਼ਾਰਪ ਸ਼ੂਟਰ ਕਿਹੜੇ ਵਿਅਕਤੀਆਂ ਦੇ ਨਾਲ ਸੰਪਰਕ ਵਿੱਚ ਸੀ, ਕਿਹੜੇ ਰਾਜਨੀਤਿਕ ਆਗੂਆਂ ਦੇ ਸੰਪਰਕ ਵਿੱਚ ਸੀ, ਇਹਨਾਂ ਗੱਲਾਂ ਦਾ ਉਮੀਦ ਹੈ ਕਿ ਜਲਦ ਖੁਲਾਸਾ ਪੁਲਿਸ ਕਰ ਸਕਦੀ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਗੋਲੀਬਾਰੀ ਦੇ ਵਿੱਚ ਮਾਰੇ ਗਏ ਰੂਪਾ ਤੇ ਮਨੂ ਨੂੰ ਕੌਣ ਫੰਡਿੰਗ ਕਰ ਰਿਹਾ ਸੀ, ਫੀਡ ਕੌਣ ਕਰ ਰਿਹਾ ਸੀ, ਖਾਣ ਪੀਣ ਵਾਸਤੇ ਕੌਣ ਦੇ ਰਿਹਾ ਸੀ ਤੇ ਫੰਡਿੰਗ ਕੌਣ ਕਰ ਰਿਹਾ ਸੀ। ਦੋਵਾਂ ਕੋਲੋਂ ਕੁਝ ਦਸਤਾਵੇਜ਼ ਵੀ ਮਿਲੇ ਨੇ, ਉਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਦੇ ਨਾਲ ਕੌਣ ਜੁੜਿਆ ਹੋਇਆ ਸੀ। ਸਿੱਧੂ ਮੂਸੇਵਾਲੇ ਦੇ ਕਤਲ ਨੂੰ 52 ਦਿਨ ਬੀਤ ਚੁੱਕੇ ਸਨ ਤੇ ਉਹਦੇ ਤੋਂ ਬਾਅਦ ਇਹਨਾਂ ਦਾ ਪੁਲਿਸ ਮੁਕਾਬਲਾ ਹੁੰਦਾ ਹੈ ਤੇ ਇਸ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਗਏ ਮਨੂ ਅਤੇ ਰੂਪਾ, ਖਬਰਾਂ ਮਿਲ ਰਹੀਆਂ ਨੇ ਕਿ ਇਹਨਾਂ ਬੀਤੇ 52-53 ਦਿਨਾਂ ਵਿੱਚ ਕਿਹੜਾ ਟਿਕਾਣਾ ਬਦਲਿਆ, ਕਿਹਦੇ ਕੋਲ ਰਹਿੰਦੇ ਰਹੇ, ਕੌਣ ਇਹਨਾਂ ਨੂੰ ਪਨਾਹ ਦਿੰਦਾ ਰਿਹਾ। ਪੁਲਿਸ ਇਹਦੀ ਵੀ ਹੁਣ ਬਰੀਕੀ ਨਾਲ ਜਾਂਚ ਕਰ ਰਹੀ ਹੈ। ਸ਼ੂਟ ਆਊਟ ਤੋਂ ਬਾਅਦ ਦੋਵੇਂ ਰਪੋਸ਼ ਹੋ ਗਏ ਸੀ, ਪਤਾ ਨਹੀਂ ਸੀ ਲੱਗ ਰਿਹਾ ਕਿ ਕਿੱਥੇ ਚਲੇ ਗਏ, ਪਰ ਰੂਪੋਸ਼ ਕਿਵੇਂ ਹੋਏ, ਕਿਹਨੇ ਕੀਤੇ, ਕਿੱਥੇ ਲਕੋਏ, ਕਿੱਥੇ ਗਏ, ਕਿਹਨੇ ਪਨਾਹ ਦਿੱਤੀ, ਕਿਹਨੇ ਰਹਿਣ ਲਈ ਥਾਂ ਦਿੱਤੀ। ਉਮੀਦ ਹੈ ਕਿ ਆ ਕਾਲ ਡਿਟੇਲ ਜੇਕਰ ਨਿਕਲ ਆਈ, ਭਾਵੇਂ ਉਹ ਫੋਨ ਤੋੜ ਗਏ ਨੇ, ਕੁਝ ਇੱਕ ਲੋਕਾਂ ਦੇ, ਕੁਝ ਇੱਕ ਲੀਡਰਾਂ ਦੇ ਤੇ ਕੁਝ ਇੱਕ ਹੋਰ ਗੈਂਗਸਟਰਸ ਦੇ ਨਾਮ ਸਾਹਮਣੇ ਆ ਸਕਦੇ ਆ। ਪਰ ਹੁਣ ਜਿਸ ਹਵੇਲੀ ਵਿੱਚ ਇਹ ਸਾਰਾ ਕੁਝ ਹੋਇਆ, ਲੋਕ ਉਂਗਲਾਂ ਉਹਨਾਂ ਤੇ ਵੀ ਉਠਾ ਰਹੇ ਨੇ। ਕਈਆਂ ਨੇ ਕੱਲ ਇਹ ਵੀ ਜਾਣਕਾਰੀ ਦਿੱਤੀ ਸੀ ਕਿ ਕਬਰੀਜ਼ਾ ਗੱਡੀ ਦੇ ਵਿੱਚ ਸਤਨਾਮ ਸਿੰਘ ਛੱਡ ਕੇ ਆਇਆ, ਪਰ ਅੱਜ ਉਸ ਹਵੇਲੀ ਵਾਲੇ ਪਰਿਵਾਰ ਦਾ ਬਿਆਨ ਸਾਹਮਣੇ ਆ ਗਿਆ। ਉਹ ਕਹਿੰਦੇ ਪੁਲਿਸ ਮੁਕਾਬਲੇ ਦੇ ਵਿੱਚ ਇਸ ਗੱਲ ਵਿੱਚ ਕੋਈ ਝੂਠ ਨਹੀਂ ਕਿ ਸਾਡੀ ਹਵੇਲੀ ਦੇ ਅੰਦਰ 2 ਗੈਂਗਸਟਰ ਮਾਰੇ ਗਏ ਹੈ। ਹਵੇਲੀ ਦੇ ਮਾਲਕ ਦਾ ਨਾਮ ਹੈ ਬਲਵਿੰਦਰ ਸਿੰਘ ਬਿੱਲਾ, ਕੰਮ ਡੇਰੀ ਦਾ ਕਰਦੇ ਆ, ਦੋਧੀ ਹੈ। ਬਿੱਲਾ ਦੋਧੀ ਨੇ ਦੱਸਿਆ ਕਿ ਹਵੇਲੀ ਤਾਂ ਸਾਡੀ ਹੋਈ ਹੈ, ਪਰ ਜਿਹੜੀ ਹਵੇਲੀ ਦੇ ਵਿੱਚ ਇਹ ਘਟਨਾ ਵਾਪਰ ਗਈ ਆ, ਉਹਦੇ ਨਾਲ ਸਾਡਾ ਕੋਈ ਤਾਲੁਕਾਤ ਨਹੀਂ, ਕੋਈ ਵਾਹ ਵਾਸਤਾ ਨਹੀਂ, ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਬਿੱਲਾ ਦੋਧੀ ਨੇ ਦੱਸਿਆ ਕਿ ਜਦ ਗੈਂਗਸਟਰ ਸਵੇਰੇ ਉਹਨਾਂ ਦੀ ਖਾਲੀ ਪਈ
खुली पई, दो गल्लां ने, एक खाली पई, एक दरवाजे खुले पे। उस हवेली वाल गए तो उस वक्त वो अपनी हवेली के नेड़ले खेतों के पशुओं के चारे का अचार पा रहे सी, मक्की की कटाई कर रहे सी, ते एकदम ये गैंगस्टर हवेली का दरवाजा खुला देख के अंदर जा पहुंचते हैं। शायद इस करके गए होण, उन्होंने भिणक लग गई होवे कि पुलिस उन्हों का पिछा कर रही है कि अपने आप को बचाइए। वो कहते सुन्नी हवेली देख, दरवाजा खुला देख के गैंगस्टर अंदर जाते हैं, तो वो तो तुरंत बाद पुलिस ने साडे खेतों के समेत होरना लोगों को भी आख दिता कि इत्थों काम कर दो, जिहड़े खेतों तो दूर चले जाओ, एक साइड पर हो जाओ, तां जो अंदर वड़े व्यक्तियों को फड़िया जा सके। वो गैंगस्टर ने सानू कहते उन्होंने तो पता लग्या कि असीं इन्हां दी भाल कर रहे सी, पर उस वक्त तक सानू कोई पता नहीं सी ये जगरूप रूपा ते मनु गुस्सा ने। पर पुलिस ने दस्सिया कि असीं इन्हां दी तलाश कर रहे सी, ये गैंगस्टर ने, ते तुसीं अपना काम धंधा छड्ड दिओ ते इत्थों दूर चले जाओ। कहते इहदे तो बाद उत्थे गोलीबारी शुरू होंदी है। उन्हां ये भी दस्सिया कि जो गड्डी इत्थे आउण बारे आख्या जा रहा है कि गड्डी आई कोई छड्ड के गया, कहते साडा उहदे नाल कोई संबंध नहीं, ये सरासर झूठ प्रचार किया जा रहा है। वो कहते साडे पुत्र का नाम है सतनाम सिंह। जिस वक्त लोग कहते हैं कि वह गड्डी विच लैके आया है, बरीजा गड्डी च लैके आया, वो कहते उस वक्त सतनाम सिंह तो मेरे नाल खेत च काम कर रहा सी, मैनू जां मेरे पुत्र नूं इस घटना के बारे कुछ नहीं पता, ना कोई साडे कोल उस तरह की गड्डी है जिस तरह की गड्डी के बाबत चर्चा की जा रही है। वो कहते साडे कोल एक पुराने मॉडल की बलैरो गड्डी है, वो बलैरो भी बीते कई दिनों तो हवेली के नेड़े ही 3-4 किलोमीटर दूर भकना अड्डे ते खड़ी है। उन्होंने ये भी दस्सिया कि वो पुलिस के नाल हर तरह की सहायता देने वास्ते तैयार ने, जिस तरह की वो पुछ-गिछ करनी चाहते असीं उहदे विच हाजिर होने वास्ते तैयार हाँ, सानू पुछ-गिछ वास्ते किते भी बुलाया जाए असीं उत्थे जाण जां आउण वास्ते तैयार हाँ। वो कहते असीं खुले दिल दे नाल इस केस के बाबत जेकर सानू कोई पुलिस पुछना चाहती है तो जानकारी देने नूं तैयार हाँ, पर इहदे तो वध सानू कुछ नहीं पता कि इस हवेली विच भज के 2 गैंगस्टर बड़े है, पुलिस मुकाबले च मारे गए है, साडा ना कोई पहला ना अज किसी नाल कोई लैण देण नहीं। तो हुण दूसरे पासे कि फिर इन्हां कोले हथियार कित्थों आ गए, ये कुछ नवें ते अहम खुलासे हो गए है। पुलिस मुकाबला दोवां दा बन चुकिया है। दस्सिया जा रहा है कि दोवें शार्प शूटर 3 दिन पहले ही पंजाब च पहुंचे सी। जानकारी ये भी मिल रही है कि दोवां नूं हथियार पाकिस्तान तो तस्कर बिलाल संधू ने मुहैया करवाए सी, जो कि पाकिस्तान दे विच बैठे हरिंदर अरिंदा दा मददगार है, तो उहदी मदद दे नाल ही ये भेजे गए सी। भावें पुलिस ने काफ़ी जदोजहद तो बाद इन्हां शूटरां नूं ढेर कीता, पर इन्हां दे कोलों मिले आधुनिक हथियार जिन्हां विच AK-47 तक भी सी, ये हथियार पुलिस नूं जांच अगे वधाउण दे विच मदद जरूर करनगे। कि मूसेवाले के कतल तो बाद रूपा ते कुस्सा 52 दिन पुलिस तो बचते रहे तो कित्थे रहे। दस्सिया जा रहा है कि आवाज़ सैंपलों तो भाव वॉइस सैंपलों की मदद दे नाल एंटी गैंगस्टर टास्क फोर्स की टीम 17 दिनों तो रूपा ते मनु नूं ट्रैक कर रही सी, सर्वेलेंस ते लगे हुए सी। पुलिस तो बचण लई गैंगस्टर जां अतवादी अक्सर प्लास्टिक सर्जरी नाल अपना हुलिया बदल लैंदे है, पर पुलिस कहती हुलिया तो बदल लेंदे है पर अपनी आवाज़ नहीं बदल सकते। पिछले दिनी मोहाली दे विच कई दोषियों की गिरफ्तारी हुई। उन्हों की पेशी तो बाद पुलिस की विशेष टीम ने जदों वॉइस सैंपल लाए, उहदे तो बाद इन्हों मैच करके पुलिस लोकेशन ट्रेस करने विच कामयाब हो गई, जिथों फिर उन्होंने पता लग्या कि मनु ते रूपा इस वक्त कित्थे ने। ते इहदे नाल ही पंजाब पुलिस के मुखी DGP गौरव यादव होरां ने हुण दीपक मुंडी नूं आखिया कि वारी हुण तुहाडी है, चंगा होवेगा कि तुसीं अपने आप नूं कानून दे हवाले कर दिओ, नहीं पुलिस बहुत राह जाणदी है। ते नाल उन्हां ने यह भरोसा दवाया कि मैं तुहानूं विश्वास दिवाउणा है कि साडे ते उंगलां ना चुक्को, सानूं समा दे दिओ ते असीं तुहानूं नतीजे असीं तुहानूं रिजल्ट देंगे। दूसरे पासे इस पुलिस मुकाबले तो बाद पंजाब के मुख्य मंत्री भगवंत मान ने जिथे तसल्ली का प्रगटावा किया है, जिथे उन्होंने इन्हां दी पिठ थपथपाई सी पुलिस अफसरां दी, उत्थे उहदे तो बाद उन्होंने AGTF STF अते पंजाब के DGP नाल उचेचे तौर पर मुलाकात करके गैंगस्टरां अते तस्करां दा पंजाब दे विचों सफाया करने वास्ते आख्या है। उन्होंने इत्थों तक आख्या है कि पंजाब नूं असीं मुड़ के रंगला पंजाब बनाउणा चाहुंदे हां,
ਇਹ ਲੋਕਾਂ ਨਾਲ ਮੈਂ ਵਾਅਦਾ ਕੀਤਾ ਹੋਇਆ ਹੈ ਤੇ ਇੱਕ ਗਾਰੰਟੀ ਉਹਨਾਂ ਨੇ ਹੋਰ ਕਰ ਲਈ ਕਿ ਇਹ ਗਾਰੰਟੀ ਹੈ ਮੇਰੀ ਕਿ ਤੁਹਾਡੀ ਜਾਨ ਮਾਲ ਦੀ ਰਾਖੀ ਅਤੇ ਸ਼ਾਂਤੀ ਬਹਾਲ ਕਰਨਾ ਮੇਰਾ ਫਰਜ਼ ਹੈ ਅਤੇ ਅਸੀਂ ਇਸ ਫਰਜ਼ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ। ਪਰ ਵੇਖਦੇ ਹਾਂ ਕਿ ਇਹ ਗੱਲਾਂ ਦਾ ਕੜਾ ਏ ਜਾਂ ਇਹਨੂੰ ਨਿਭਾਇਆ ਵੀ ਜਾਂਦਾ ਹੈ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।